हेलो स्टूडेंट्स, गुड मॉर्निंग एवरीवन। हाँ जी प्यारे विद्यार्थियों, ਅਸੀਂ ਲੈਂਗੁਏਜ ਚੈਪਟਰ ਨੰਬਰ 3 ਫਸਟ ਵੀਡੀਓ ਵਿੱਚ ਪੜ੍ਹਿਆ ਸੀ ਕਿ ਅੱਖਰ ਜਾਂ ਵਰਨ ਕੀ ਹੁੰਦੇ ਨੇ। ਅੱਖਰ ਜਾਂ ਵਰਨ ਕਿਸੇ ਵੀ ਭਾਸ਼ਾ ਨੂੰ ਲਿਖਤੀ ਰੂਪ ਦੇਣ ਲਈ ਲਿਪੀ ਦੀ ਲੋੜ ਪੈਂਦੀ ਹੈ, ਤਾਂ ਉਸ ਲਿਪੀ ਨੂੰ ਲਿਖਣ ਲਈ ਅਸੀਂ ਜੋ ਚਿੰਨ੍ਹ ਵਰਤੋਂ ਵਿੱਚ ਲਿਆਉਂਦੇ ਆ ਉਹਨਾਂ ਨੂੰ ਅਸੀਂ ਅੱਖਰ ਜਾਂ ਵਰਨ ਕਹਿੰਦੇ ਆ। ਸਾਡੇ ਇਹ ਜੋ ਅੱਖਰ ਜਾਂ ਵਰਨ ਨੇ ਉਹਨਾਂ ਦੀ ਗਿਣਤੀ 41 ਹੈ ਸਾਡੀ ਗੁਰਮੁਖੀ ਲਿਪੀ ਦੇ ਵਿੱਚ। ਜੋ ਅੱਖਰ ਨੇ ਉਹ 41 ਨੇ। ਇਹਨਾਂ 41 ਅੱਖਰਾਂ ਨੂੰ 10 ਲਗਾਂ ਅਤੇ 3 ਲਗਾਂ ਅੱਖਰਾਂ ਨੂੰ ਮਿਲਾ ਕੇ ਗੁਰਮੁਖੀ ਲਿਪੀ ਦਾ ਸਰੂਪ ਬਣਦਾ ਹੈ। ਔਰ ਇਸ ਦੇ ਜੋ 41 ਅੱਖਰ ਨੇ ਇਹਨਾਂ ਨੂੰ ਅਸੀਂ 8 ਵਰਗਾਂ ਦੇ ਵਿੱਚ ਵੰਡਦੇ ਹਾਂ। ਮੁੱਖ ਵਰਗ, ਕ ਵਰਗ, ਚ ਵਰਗ, ਟ ਵਰਗ, ਤ ਵਰਗ, ਪ ਵਰਗ, ਅੰਤਮ ਤੇ ਨਵੀਨ ਵਰਗ। ਤਾਂ ਲਿਪੀ ਕੀ ਹੁੰਦੀ ਹੈ ਕਿ ਕਿਸੇ ਵੀ ਭਾਸ਼ਾ ਨੂੰ ਲਿਖਤੀ ਰੂਪ ਦੇਣ ਲਈ ਸਾਨੂੰ ਕਿਸ ਚੀਜ਼ ਦੀ ਲੋੜ ਪੈਂਦੀ ਹੈ? ਲਿਪੀ ਦੀ। ਤਾਂ ਹਰ ਇੱਕ ਭਾਸ਼ਾ ਦੀ ਆਪਣੀ ਆਪਣੀ ਲਿਪੀ ਹੁੰਦੀ ਹੈ। ਪੰਜਾਬੀ ਭਾਸ਼ਾ ਦੀ ਲਿਪੀ ਗੁਰਮੁਖੀ, ਹਿੰਦੀ ਭਾਸ਼ਾ ਦੀ ਲਿਪੀ ਦੇਵਨਾਗਰੀ, ਅੰਗਰੇਜ਼ੀ ਭਾਸ਼ਾ ਦੀ ਲਿਪੀ ਰੋਮਨ ਹੈ। ਤਾਂ ਗੁਰਮੁਖੀ ਲਿਪੀ ਦੇ ਹੁਣ ਸਾਡੇ ਜੋ ਕੁੱਲ ਅੱਖਰ ਨੇ ਉਹ 41 ਹਨ। ਉਸ ਤੋਂ ਬਾਅਦ ਅਸੀਂ ਪੜ੍ਹਿਆ ਸੀ ਅੱਖਰ ਦੀਆਂ ਕਿਸਮਾਂ। ਅੱਖਰ ਦੋ ਕਿਸਮ ਦੇ ਹੁੰਦੇ ਨੇ, ਸਵਰ ਅਤੇ ਵਿਅੰਜਨ। ਸਵਰ ਜੋ ਬਿਨਾਂ ਸਾਹ ਰੋਕ ਕੇ ਬੋਲੇ ਜਾਂਦੇ ਨੇ ਇਹ 3 ਹੁੰਦੇ ਨੇ, ਊੜਾ, ਆੜਾ, ਈੜੀ। ਵਿਅੰਜਨ 38 ਸੱਸਾਂ ਤੋਂ ਲੈ ਕੇ ਲੱਲਾ ਪੈਰ ਬਿੰਦੀ ਤੱਕ। ਅਸੀਂ ਇਹਨਾਂ ਦਾ ਉਚਾਰਨ ਕਰਨ ਸਮੇਂ ਜੀਭ ਕਦੇ ਤਾਲੂ ਨਾਲ ਛਾਉਂਦੀ ਹੈ, ਕਦੇ ਦੰਦਾਂ ਦੀ ਅੰਦਰਲੇ ਹਿੱਸੇ ਨੂੰ ਛਾਉਂਦੀ ਹੈ ਅਤੇ ਕਦੇ ਬੁੱਲ ਆਪਸ ਦੇ ਵਿੱਚ ਜੁੜਦੇ ਨੇ। ਉਸ ਤੋਂ ਬਾਅਦ ਵਿਅੰਜਨ 2 ਕਿਸਮ ਦੇ ਹੁੰਦੇ ਨੇ, ਅਨੁਨਾਸਕੀ ਅਤੇ ਦੁੱਤ ਅੱਖਰ। ਅਨੁਨਾਸਕੀ ਜਦੋਂ ਅਸੀਂ ਇਹਨਾਂ ਦਾ ਉਚਾਰਨ ਕਰਦੇ ਹਾਂ ਤਾਂ ਆਵਾਜ਼ ਨੱਕ ਰਾਹੀਂ ਬਾਹਰ ਨਿਕਲਦੀ ਹੈ। ਇਹ 5 ਹੁੰਦੇ ਨੇ, ਅਈਆਂ, ਨਈਆਂ, ਨਾਣਾ, ਨੰਨਾ ਅਤੇ ਮੰਮਾ। ਦੁੱਤ ਅੱਖਰ ਇਹ ਅੱਧੇ ਰੂਪ ਵਿੱਚ ਅੱਖਰ ਦੇ ਕਿਸੇ ਪੂਰੇ ਅੱਖਰ ਦੇ ਪੈਰ ਵਿੱਚ ਲਾ ਕੇ ਇੱਕ ਸੰਯੁਕਤ ਆਵਾਜ਼ ਦਿੰਦੇ ਨੇ, ਉਸ ਨੂੰ ਅਸੀਂ ਦੁੱਤ ਅੱਖਰ ਬੋਲਦੇ ਹਾਂ। ਇਹ 3 ਹੁੰਦੇ ਨੇ, ਹਾਹਾ, ਰਾਰਾ ਅਤੇ ਵਾਵਾ। ਉਸ ਤੋਂ ਬਾਅਦ ਸੈਕਿੰਡ ਪੁਆਇੰਟ ਅਸੀਂ ਪੜ੍ਹਿਆ ਸੀ ਲਗਾ ਮਾਤਰਾਵਾਂ। ਲਗਾ ਮਾਤਰਾਵਾਂ ਕੀ ਹੁੰਦੀਆਂ ਨੇ ਕਿ ਲਗਾ ਉਹ ਸਵਰ ਚਿੰਨ੍ਹ ਹੁੰਦੇ ਨੇ ਜਿਨ੍ਹਾਂ ਦੀ ਵਰਤੋਂ ਅਸੀਂ ਅੱਖਰਾਂ ਜਾਂ ਵਰਨਾਂ ਦੇ ਨਾਲ ਕਰਦੇ ਹਾਂ। ਇਹ ਸਵਰ ਚਿੰਨ੍ਹ ਕਿਹੜੇ ਨੇ? ਊੜਾ, ਆੜਾ, ਈੜੀ। ਜਦੋਂ ਇਹਨਾਂ ਦੇ ਨਾਲ ਚਿੰਨ੍ਹ ਅਸੀਂ ਯੂਜ਼ ਕਰਦੇ ਹਾਂ ਤਾਂ ਉਸ ਤੋਂ ਬਾਅਦ ਸਵਰ ਅੱਖਰਾਂ ਤੋਂ ਸਵਰ ਮੁਹਾਰਨੀ ਬਣਦੀ ਹੈ, ਜਿਸ ਦਾ ਅਸੀਂ ਉਚਾਰਨ ਕਿਵੇਂ ਕਰਦੇ ਹਾਂ? ਅ, ਆ, ਈ, ਈ, ਊ, ਊ, ਏ, ਐ, ਓ, ਔ। ਉਸ ਤੋਂ ਬਾਅਦ ਸੀ ਲਗਾਂ ਦੀਆਂ ਕਿਸਮਾਂ। ਜੋ ਲਗਾਂ ਮਾਤਰਾਵਾਂ ਨੇ ਉਹ 2 ਕਿਸਮ ਦੀਆਂ ਹੁੰਦੀਆਂ ਨੇ, ਹਸਰਵ ਅਤੇ ਦੀਰਘ। ਹਸਰਵ ਲਗਾਂ ਨੂੰ ਬੋਲਣ ਸਮੇਂ ਘੱਟ ਸਮਾਂ ਲੱਗਦਾ ਹੈ, ਇਸ ਨੂੰ ਨਿੱਕੀ ਆਵਾਜ਼ ਵਾਲੀਆਂ ਲਗਾਂ ਕਹਿੰਦੇ ਨੇ। ਇਹ 3 ਹੁੰਦੀਆਂ ਨੇ, ਮੁਕਤਾ, ਸਿਹਾਰੀ ਅਤੇ ਔਂਕੜ। ਦੀਰਘ ਲਗਾਂ ਨੇ ਜਿਹੜੀਆਂ ਇਹਨਾਂ ਨੂੰ ਬੋਲਣ ਸਮੇਂ ਜ਼ਿਆਦਾ ਸਮਾਂ ਲੱਗਦਾ ਹੈ ਔਰ ਇਹਨਾਂ ਦੀ ਆਵਾਜ਼ ਵੱਡੀ ਹੁੰਦੀ ਹੈ, ਵੱਡੀ ਆਵਾਜ਼ ਵਾਲੀਆਂ ਲਗਾਂ ਕਹਿੰਦੇ ਹੈ। ਇਹ 7 ਹੁੰਦੀਆਂ ਨੇ, ਕੰਨਾ, ਬਿਹਾਰੀ, ਦੁਲੈਂਕੜ, ਲਾਂ, ਦੁਲਾਵਾਂ, ਹੋੜਾ ਅਤੇ ਘਨੌੜਾ। ਉਸ ਤੋਂ ਬਾਅਦ ਅਸੀਂ ਪੜ੍ਹਿਆ ਸੀ ਕਿ ਊੜਾ, ਆੜਾ, ਈੜੀ ਜੋ 3 ਸਵਰ ਨੇ ਇਹਨਾਂ ਦੇ ਨਾਲ ਲਗਾਂ ਦੀ ਵਰਤੋਂ, ਸਾਰੀਆਂ ਲਗਾਂ ਦੀ ਵਰਤੋਂ ਨਹੀਂ ਕਰਦੇ ਅਸੀਂ। ਊੜਾ ਨਾਲ 3, ਆੜਾ ਨਾਲ 4 ਅਤੇ ਈੜੀ ਨਾਲ 3 ਲਗਾਂ ਦੀ ਵਰਤੋਂ ਕਰਦੇ ਹਾਂ। ਊੜਾ ਨਾਲ ਔਂਕੜ, ਦੁਲੈਂਕੜ ਅਤੇ ਹੋੜਾ ਲਗਾਉਂਦੇ ਹਾਂ। ਆੜਾ ਨਾਲ ਅਸੀਂ ਮੁਕਤਾ, ਕੰਨਾ, ਦੁਲਾਵਾਂ ਅਤੇ ਘਨੌੜਾ ਵਰਤਦੇ ਹਾਂ। ਈੜੀ ਨਾਲ ਅਸੀਂ 3 ਲਗਾਂ ਸਿਹਾਰੀ, ਬਿਹਾਰੀ ਅਤੇ ਲਾਂ ਯੂਜ਼ ਕਰਦੇ ਹਾਂ। ਉਸ ਤੋਂ ਬਾਅਦ ਨੈਕਸਟ ਪੁਆਇੰਟ ਸੀ ਇਸ ਦੇ ਨਾਲ ਹੀ ਰਿਲੇਟਡ ਲਗਾ ਅੱਖਰ। ਲਗਾ ਅੱਖਰ ਕੀ ਹੁੰਦੇ ਨੇ? ਜਿਹੜੇ ਛੋਟੇ ਛੋਟੇ ਚਿੰਨ੍ਹਾਂ ਦੀ ਵਰਤੋਂ ਅਸੀਂ ਲਗਾ ਮਾਤਰਾਵਾਂ ਦੇ ਨਾਲ ਕਰਦੇ ਹਾਂ। ਗੁਰਮੁਖੀ ਲਿਪੀ ਦੇ ਵਿੱਚ ਅਸੀਂ ਉਸ ਨੂੰ ਲਗਾ ਅੱਖਰ ਕਹਿੰਦੇ ਹਾਂ। ਲਗਾ ਅੱਖਰ ਬੱਚੇ ਕਦੇ ਵੀ ਇਕੱਲੇ ਵਰਤੋਂ ਵਿੱਚ ਨਹੀਂ ਆਉਂਦੇ, ਇਹ ਹਮੇਸ਼ਾ ਲਗਾ ਮਾਤਰਾਵਾਂ ਦੇ ਨਾਲ ਵਰਤੋਂ ਵਿੱਚ ਆਉਂਦੇ ਹਨ। ਇਹ 3 ਹੁੰਦੇ ਨੇ, ਬਿੰਦੀ, ਟਿੱਪੀ ਅਤੇ ਅੱਧਕ। ਬਿੰਦੀ, ਟਿੱਪੀ ਅਤੇ ਅੱਧਕ ਦੀ ਵਰਤੋਂ ਵੀ ਸਾਰੀਆਂ ਮਾਤਰਾਵਾਂ ਨਾਲ ਨਹੀਂ ਹੁੰਦੀ। ਬਿੰਦੀ ਦੀ ਵਰਤੋਂ ਅਸੀਂ 6 ਲਗਾਂ ਨਾਲ ਕਰਦੇ ਹਾਂ, ਕੰਨਾ, ਬਿਹਾਰੀ, ਲਾਂ, ਦੁਲਾਵਾਂ, ਹੋੜਾ ਅਤੇ ਘਨੌੜਾ ਨਾਲ। ਜੋ ਟਿੱਪੀ ਦੀ ਵਰਤੋਂ ਕਰਦੇ ਹਾਂ ਉਹ ਅਸੀਂ 4 ਲਗਾਂ ਨਾਲ ਕਰਦੇ ਹਾਂ, ਮੁਕਤਾ, ਸਿਹਾਰੀ, ਔਂਕੜ ਅਤੇ ਦੁਲੈਂਕੜ ਨਾਲ। ਅੱਧਕ ਦੀ ਵਰਤੋਂ ਵੀ 3 ਲਗਾਂ ਨਾਲ ਹੁੰਦੀ ਹੈ, ਮੁਕਤਾ, ਸਿਹਾਰੀ ਅਤੇ ਔਂਕੜ। ਮੀਨਸ ਕਿ ਬਿੰਦੀ, ਟਿੱਪੀ ਅਤੇ ਅੱਧਕ ਮਾਤਰਾਵਾਂ ਤਾਂ ਸਾਰੀਆਂ ਨਾਲ ਯੂਜ਼ ਹੁੰਦੀ ਹੈ, ਪਰ ਬਿੰਦੀ 6 ਮਾਤਰਾਵਾਂ ਨਾਲ ਲੱਗਦੀ ਹੈ, ਟਿੱਪੀ 4 ਮਾਤਰਾਵਾਂ ਨਾਲ ਲੱਗਦੀ ਹੈ ਔਰ ਅੱਧਕ ਦੀ ਵਰਤੋਂ ਅਸੀਂ 3 ਲਗਾਂ ਨਾਲ ਕਰਦੇ ਹਾਂ। ਉਸ ਤੋਂ ਬਾਅਦ ਇਹ ਬੱਚੇ ਇਸ ਨਾਲ ਹੀ ਰਿਲੇਟਡ ਟੌਪਿਕ ਅਰਥ ਭੇਦ। ਅਰਥ ਭੇਦ ਕੀ ਹੁੰਦਾ ਹੈ ਕਿ ਜਦੋਂ ਅਸੀਂ ਜੋ ਸਾਡੇ ਲਗਾਖਰ ਨੇ ਬਿੰਦੀ, ਟਿੱਪੀ ਅਤੇ ਅੱਧਕ, ਜਦੋਂ ਅਸੀਂ ਇਹਨਾਂ ਦੀ ਵਰਤੋਂ ਨਹੀਂ ਕਰਦੇ ਜਾਂ ਅਸੀਂ ਇਹਨਾਂ ਦੀ ਬੇਲੋੜੀ ਵਰਤੋਂ ਕਰਦੇ ਹਾਂ, ਮੀਨਸ ਵਾਧੂ ਵਰਤੋਂ ਕਰਦੇ ਹਾਂ, ਤਾਂ ਸ਼ਬਦਾਂ ਦੇ ਅਰਥਾਂ ਦੇ ਵਿੱਚ ਬਹੁਤ ਸਾਰਾ ਅੰਤਰ ਆਉਂਦਾ ਹੈ। ਜਿਹੜਾ ਉਹ ਅੰਤਰ ਹੈ ਉਸ ਨੂੰ ਹੀ ਅਸੀਂ ਅਰਥ ਭੇਦ ਕਹਿੰਦੇ ਹਾਂ।
ਤਾਂ ਤੁਸੀਂ ਵਿਆਕਰਨਿਕ ਪਰਿਭਾਸ਼ਾ ਕੀ ਲਿਖੋਗੇ? ਬਿੰਦੀ ਟਿੱਪੀ ਅਤੇ ਅੱਧਕ ਦੀ ਵਰਤੋਂ ਨਾ ਕਰਨ ਲਈ ਜਾਂ ਇਹਨਾਂ ਦੀ ਵਰਤੋਂ ਬੇਲੋੜੀ ਕਰਨ ਕਾਰਨ ਸ਼ਬਦਾਂ ਦੇ ਅਰਥਾਂ ਵਿੱਚ ਬਹੁਤ ਸਾਰਾ ਅੰਤਰ ਆ ਜਾਂਦਾ ਹੈ। ਇਸ ਅੰਤਰ ਨੂੰ ਹੀ ਅਸੀਂ ਅਰਥ ਭੇਦ ਕਹਿੰਦੇ ਹਾਂ। ਫੋਰ ਐਗਜ਼ਾਮਪਲ ਦੇਖੋ, ਜਿਵੇਂ ਅਸੀਂ ਬੋਲਦੇ ਹਾਂ ਨਾ ਅਤੇ ਨਾ। ਨਾ ਹੁੰਦਾ ਨਹੀਂ, ਮੀਨਸ ਰਿਸਪੌਂਸ ਅਸੀਂ ਨੋ ਦਾ ਦੇਣਾ, ਗਲਤ ਕੰਮ ਨਾ ਕਰੋ। ਇੱਕ ਹੁੰਦਾ ਨਾ, ਨਾ ਔਰ ਨਾ, ਇਹਨਾਂ ਦੋਹਾਂ ਸ਼ਬਦਾਂ ਦੇ ਅਰਥਾਂ ਵਿੱਚ ਫਰਕ ਹੈ, ਸਿਰਫ ਕਿਹਦੇ ਕਰਕੇ? ਇੱਕ ਬਿੰਦੀ ਕਰਕੇ। ਨਾ ਦੇ ਉੱਤੇ ਅਸੀਂ ਬਿੰਦੀ ਲਗਾਈ ਹੈ, ਨਾ ਹੁੰਦਾ ਕਿਸੇ ਵੀ ਵਿਅਕਤੀ ਦਾ ਨਾਮ, ਕਿਸੇ ਵੀ ਚੀਜ਼ ਦਾ ਨਾਮ। ਮੇਰਾ ਨਾਂ, ਜੋ ਵੀ ਤੁਸੀਂ ਕਹਿ ਸਕਦੇ ਹੋ, ਮੇਰਾ ਨਾਂ ਰਮਨਦੀਪ ਹੈ, ਠੀਕ ਹੈ। ਉਸ ਤੋਂ ਬਾਅਦ ਹੋਰ ਐਗਜ਼ਾਮਪਲ ਦੇਖੋ, ਅਸੀਂ ਲਿਖਦੇ ਹਾਂ ਖੱਡ ਔਰ ਖੰਡ। ਖੱਡ ਦੇ ਉੱਤੇ ਅਸੀਂ ਅੱਧਕ ਲਿਖਿਆ, ਖੱਡ ਹੁੰਦੀ ਹੈ ਖਾਈ, ਇਹ ਖੱਡ ਬਹੁਤ ਡੂੰਘੀ ਹੈ। ਖੰਡ ਟਿੱਪੀ ਨਾਲ ਹੈ, ਦੋਹਾਂ ਸ਼ਬਦਾਂ ਦੇ ਵਿੱਚ ਕੀ ਹੈ? ਟਿੱਪੀ ਦਾ ਫਰਕ ਹੈ, ਇੱਕ ਤੇ ਅੱਧਕ ਦੀ ਵਰਤੋਂ ਹੈ, ਇੱਕ ਸ਼ਬਦ ਤੇ ਟਿੱਪੀ ਦੀ ਵਰਤੋਂ ਹੈ। ਖੰਡ ਹੁੰਦੀ ਹੈ ਚੀਨੀ, ਖੰਡ ਗੰਨੇ ਤੋਂ ਬਣਦੀ ਹੈ। ਉਸ ਤੋਂ ਬਾਅਦ ਦੇਖੋ ਅੱਧਕ। ਅੱਧਕ ਦੇ ਵਿੱਚ ਦੇਖੋ ਇੱਕ ਹੁੰਦੀ ਹੈ ਸਦੀ, ਇੱਕ ਹੁੰਦੀ ਹੈ ਸਦੀ। ਸਦੀ ਹੁੰਦੀ ਹੈ, ਦੇਖੋ ਸਦੀ ਦੇ ਵਿੱਚ ਅੱਧਕ ਦੀ ਵਰਤੋਂ ਨਹੀਂ, ਸਦੀ ਵਿੱਚ ਅੱਧਕ ਦੀ ਵਰਤੋਂ ਹੈ। ਸਦੀ ਹੁੰਦੀ ਹੈ 100 ਸਾਲ, 100 ਸਾਲ ਤੋਂ ਬਾਅਦ 100 ਸਾਲ ਨੂੰ ਅਸੀਂ ਕੀ ਬੋਲਦੇ ਹਾਂ? ਸਦੀ ਦਾ ਨਾਮ ਕਹਿੰਦੇ ਹਾਂ। 20ਵੀਂ ਸਦੀ ਵਿਗਿਆਨ ਦੀ ਸਦੀ ਅਖਵਾਉਂਦੀ ਹੈ। ਸਦੀ ਹੁੰਦਾ ਕਿਸੇ ਨੂੰ ਬੁਲਾਉਣਾ, ਠੀਕ ਹੈ, ਜਿਹਦੇ ਨਾਲ ਅਸੀਂ ਇੱਕ ਅਖਾਣ ਵਰਤਦੇ ਹਾਂ, ਸਦੀ ਨਾ ਬੁਲਾਈ ਮੈਂ ਲਾੜੇ ਦੀ ਤਾਈ। ਇਹ ਸੀ ਬੱਚੇ ਆਪਣਾ ਇਸ ਦਾ ਐਕਸਪਲੇਨੇਸ਼ਨ ਚੈਪਟਰ ਨੰਬਰ 3 ਅੱਖਰ ਬੋਧ। ਹੁਣ ਅਸੀਂ ਇਸ ਚੈਪਟਰ ਦਾ ਬੁੱਕ ਵਰਕ ਕਰਦੇ ਹਾਂ। ਸਭ ਤੋਂ ਪਹਿਲਾਂ ਬਹੁ ਵਿਕਲਪੀ ਪ੍ਰਸ਼ਨ ਨੇ। ਹਿੰਦੀ ਭਾਸ਼ਾ ਦੀ ਲਿਪੀ ਕਿਹੜੀ ਹੈ? ਦੇਵਨਾਗਰੀ। ਗੁਰਮੁਖੀ ਲਿਪੀ ਦੇ ਕਿੰਨੇ ਅੱਖਰ ਹਨ? 41। ਕਿਹੜੇ ਅੱਖਰਾਂ ਨੂੰ ਬੋਲਣ ਵੇਲੇ ਹੋਰ ਕਿਸੇ ਸਵਰ ਦੀ ਲੋੜ ਨਹੀਂ ਪੈਂਦੀ? ਸਵਰ। ਅਸੀਂ ਸਵਰਾਂ ਨੂੰ ਮਤਲਬ ਬਿਨਾਂ ਸਾਹ ਰੋਕ ਕੇ ਬੋਲਦੇ ਹਾਂ। ਕਿਹੜੇ ਅੱਖਰਾਂ ਦੀ ਆਵਾਜ਼ ਨੱਕ ਰਾਹੀਂ ਹੁੰਦੀ ਹੈ? ਨਾਸਕੀ। ਆੜਾ ਨਾਲ ਕਿੰਨੀਆਂ ਲਗਾਂ ਲੱਗਦੀਆਂ ਹਨ? 4। ਗੁਰਮੁਖੀ ਲਿਪੀ ਵਿੱਚ ਲਗਾਖਰ ਕਿੰਨੇ ਹਨ? 3। ਕਿਹੜੇ ਲਗਾਖਰ ਦੀ ਵਰਤੋਂ 6 ਲਗਾਂ ਨਾਲ ਹੁੰਦੀ ਹੈ? ਬਿੰਦੀ। ਅੱਧਕ ਦੀ ਵਰਤੋਂ ਕਿਉਂ ਕੀਤੀ ਜਾਂਦੀ ਹੈ? ਦਬਾਅ ਪਾਉਣ ਲਈ। ਕਿ ਅੱਧਕ ਦੀ ਵਰਤੋਂ ਅਸੀਂ ਅੱਖਰ ਨੂੰ ਦੋਹਰਾ ਕਰਨ ਲਈ, ਦਬਾਅ ਪਾਉਣ ਲਈ ਕਰਦੇ ਹਾਂ। ਅੱਧਕ ਦੀ ਵਰਤੋਂ ਕਿਹੜੀਆਂ ਲਗਾਂ ਨਾਲ ਹੁੰਦੀ ਹੈ? ਸਿਹਾਰੀ, ਔਂਕੜ ਅਤੇ ਮੁਕਤਾ ਨਾਲ। ਉਸ ਤੋਂ ਬਾਅਦ ਹੈ ਕੁਐਸਚਨ ਨੰਬਰ 3, ਖਾਲੀ ਥਾਵਾਂ ਭਰੋ। ਹਿੰਦੀ ਭਾਸ਼ਾ ਦੀ ਲਿਪੀ ਦਾ ਨਾਂ ਦੇਵਨਾਗਰੀ ਹੈ। ਗੁਰਮੁਖੀ ਲਿਪੀ ਨੂੰ 35 ਵੀ ਕਿਹਾ ਜਾਂਦਾ ਹੈ। ਵਿਅੰਜਨ ਅੱਖਰ ਕਿਸੇ ਹੋਰ ਸਵਰ ਦੀ ਸਹਾਇਤਾ ਬਿਨਾਂ ਬੋਲੇ ਨਹੀਂ ਜਾ ਸਕਦੇ। ਆੜਾ ਨਾਲ 4 ਲਗਾਂ ਦੀ ਵਰਤੋਂ ਹੁੰਦੀ ਹੈ। ਬਿੰਦੀ ਦੀ ਵਰਤੋਂ 6 ਲਗਾਂ ਨਾਲ ਹੁੰਦੀ ਹੈ। ਅੱਧਕ ਦੀ ਵਰਤੋਂ ਕਿਸੇ ਅੱਖਰ 'ਤੇ ਦਬਾਅ ਪਾਉਣ ਲਈ ਕੀਤੀ ਜਾਂਦੀ ਹੈ। ਨੰਬਰ ਕੁਐਸਚਨ 4 ਹੈ, ਹੇਠ ਦਿੱਤੇ ਸ਼ਬਦਾਂ ਵਿੱਚੋਂ ਉਹ ਸ਼ਬਦ ਚੁਣ ਕੇ ਸਾਹਮਣੇ ਲਿਖੋ ਜਿਨ੍ਹਾਂ ਨਾਲ ਸਹੀ ਲਗਾਖਰਾਂ ਦੀ ਵਰਤੋਂ ਕੀਤੀ ਹੈ। ਕਿ ਤੁਹਾਨੂੰ 3 ਆਪਸ਼ਨਸ ਨੇ। ਜੋ ਸਾਡਾ ਸਹੀ ਢੁਕਵਾਂ ਸ਼ਬਦ ਹੈ, ਜਿਹਦੇ ਵਿੱਚ ਅਸੀਂ ਸਹੀ ਲਗਾਂ ਦੀ ਵਰਤੋਂ ਕੀਤੀ ਔਰ ਸਹੀ ਲਗਾਖਰਾਂ ਦੀ ਵਰਤੋਂ ਕੀਤੀ ਹੈ, ਅਸੀਂ ਉਸ ਨੂੰ ਲਾਈਨ ਦੇ ਵਿੱਚ ਦੁਬਾਰਾ ਲਿਖਣਾ ਹੈ। ਫਸਟ ਲਾਈਨ ਦੇ ਵਿੱਚ ਔਖਾ, ਆੜੇ ਕਨੌੜਾ ਖੱਖੇ ਕੰਨਾ। ਸੈਕਿੰਡ ਦੇ ਵਿੱਚ ਇਸਤਰੀ, ਈੜੀ ਸਿਆਰੀ ਸੱਸਾ ਤੱਤਾ ਰਾਰੇ ਵਿਆਰੀ। ਥਰਡ ਦੇ ਵਿੱਚ ਓਮ, ਊੜੇ ਹੋੜਾ, ਮੀਨਸ ਉਸ ਦਾ ਅਸੀਂ ਹੋੜੇ ਦੀ ਆਵਾਜ਼ ਦਿੰਦੇ ਹਾਂ, ਪਰ ਅਸੀਂ ਊੜੇ ਦਾ ਮੂੰਹ ਖੁੱਲ੍ਹਾ ਰੱਖਦੇ ਹਾਂ। ਓ ਮ, ਓਮ। ਨੈਕਸਟ ਹੈ ਐਨਕ, ਆੜੇ ਦੁਲਾਵਾਂ ਨੰਨਾ ਕੱਕਾ। ਉਸ ਤੋਂ ਬਾਅਦ ਹੈ ਔਲਖ, ਆੜੇ ਕਨੌੜਾ ਲੱਲਾ ਖੱਖਾ। ਉਸ ਤੋਂ ਬਾਅਦ ਹੈ ਸੰਤ, ਸੱਸੇ ਟਿੱਪੀ ਤੱਤਾ। ਉਸ ਤੋਂ ਬਾਅਦ ਹੈ ਨਿੱਕਰ, ਨੰਨੇ ਸਿਆਰੀ ਉੱਤੇ ਅੱਧਕ ਕੱਕਾ ਰਾਰਾ। ਉਸ ਤੋਂ ਬਾਅਦ ਹੈ ਮੱਛਰ, ਮੰਮੀ ਉੱਤੇ ਅੱਧਕ ਛੱਛਾ ਰਾਰਾ। ਭੁੱਖੜ, ਪੱਬੇ ਔਂਕੜ ਉੱਤੇ ਅੱਧਕ ਖੱਖਾ ਰਾੜਾ। ਉਸ ਤੋਂ ਬਾਅਦ ਹੈ ਬਾਂਦਰ, ਬੱਬੇ ਕੰਨਾ ਉੱਤੇ ਬਿੰਦੀ ਦੱਦਾ ਰਾਰਾ। ਕੁਐਸਚਨ ਨੰਬਰ 4 ਹੈ ਬੱਚੇ, ਹੇਠ ਦਿੱਤੇ ਸ਼ਬਦਾਂ ਨੂੰ ਸਮਝੋ ਤੇ ਅਰਥ ਭੇਦ ਨੂੰ ਸਪਸ਼ਟ ਕਰਦੇ ਹੋਏ ਵਾਕਿਆ ਵਿੱਚ ਵਰਤੋ। ਜਿਸ ਤਰ੍ਹਾਂ ਆਪਾਂ ਨੇ ਲਾਸਟ ਪੁਆਇੰਟ ਇਸ ਚੈਪਟਰ ਦਾ ਪੜ੍ਹਿਆ ਸੀ, ਅਰਥ ਭੇਦ। ਕਿ ਲਗਾਖਰਾਂ ਨਾਲ ਬਿੰਦੀ ਟਿੱਪੀ ਅੱਧਕ ਦੇ ਥੋੜ੍ਹੇ ਜਿਹੇ ਫਰਕ ਨਾਲ ਦੋਹਾਂ ਸ਼ਬਦਾਂ ਦੇ ਅਰਥਾਂ ਵਿੱਚ ਫਰਕ ਹੁੰਦਾ ਹੈ। ਫਸਟ ਦੇਖੋ ਘਟਾ ਤੇ ਘੱਟਾ। ਘਟਾ ਹੁੰਦਾ ਘਟਾਉਣਾ, ਘੱਟਾ ਅਸੀਂ ਮਿੱਟੀ ਨੂੰ ਬੋਲਦੇ ਹਾਂ। ਘਟਾ ਰਾਮ ਦੇ 4 ਨੰਬਰ ਘਟਾ ਦਿੱਤੇ। ਘੱਟਾ ਮਿੱਟੀ ਘੱਟੇ ਤੋਂ ਬਚੋ। ਇੱਕ ਹੁੰਦਾ ਤਕੜੀ, ਇੱਕ ਹੁੰਦਾ ਤੱਕੜੀ। ਤਕੜੀ ਮੀਨਸ ਚੰਗੀ, ਤੰਦਰੁਸਤ। ਸੁਮਨ ਦੇ ਮੰਮੀ ਦੀ ਸਿਹਤ ਤਕੜੀ ਹੈ। ਤੱਕੜੀ ਹੁੰਦਾ ਜਿਸ ਨਾਲ ਅਸੀਂ ਤੋਲਦੇ ਹਾਂ। ਉਸਨੇ ਆਟਾ ਤੱਕੜੀ ਨਾਲ ਤੋਲਿਆ। ਉਸ ਤੋਂ ਬਾਅਦ ਧਨ, ਰਾਮ ਦੇ ਪਿਤਾ ਜੀ ਕੋਲ ਬਹੁਤ ਧਨ ਹੈ।
ਆਦਰ ਤੇ ਆਂਦਰ, ਆਦਰ ਹੁੰਦਾ ਸਤਿਕਾਰ, ਆਂਦਰ ਹੁੰਦਾ ਪਾਚਨ ਕਿਰਿਆ, ਡਾਈਜੈਸਟ ਸਿਸਟਮ। ਆਦਰ, ਵੱਡਿਆਂ ਦਾ ਆਦਰ ਕਰੋ। ਆਂਦਰ, ਮੇਰੀਆਂ ਆਂਦਰਾਂ ਬਿਲਕੁਲ ਠੀਕ ਹਨ। ਸਾਗ ਤੇ ਸਾਂਗ, ਸਾਗ ਕੀ ਹੈ? ਮੈਨੂੰ ਸਾਗ ਬਹੁਤ ਪਸੰਦ ਹੈ। ਸਾਂਗ ਹੁੰਦਾ ਨਕਲ, ਕਿਸੇ ਦੀ ਸਾਂਗ ਨਾ ਕਰੋ। ਉਸ ਤੋਂ ਬਾਅਦ ਹੈ ਇਸ ਚੈਪਟਰ ਦੇ ਕੁਐਸਚਨ ਆਨਸਰ। ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ ਕੁਝ ਸ਼ਬਦਾਂ ਵਿੱਚ ਲਿਖੋ। ਵਨ ਵਰਡ ਆਨਸਰ ਨੇ। ਪੰਜਾਬੀ ਭਾਸ਼ਾ ਦੇ ਸ਼ਬਦਾਂ ਨੂੰ ਲਿਖਣ ਲਈ ਕਿਸ ਦੀ ਲੋੜ ਪੈਂਦੀ ਹੈ? ਲਿਪੀ ਦੀ। ਗੁਰਮੁਖੀ ਲਿਪੀ ਦੇ ਕਿੰਨੇ ਅੱਖਰ ਹਨ? 41। ਪੈਰ ਬਿੰਦੀ ਕਿਹੜੀ ਅੱਖਰਾਂ ਦੇ ਲੱਗਦੀ ਹੈ? ਉੱਤਰ ਹੈ ਸੱਸਾ ਪੈਰ ਬਿੰਦੀ, ਖੱਖਾ ਪੈਰ ਬਿੰਦੀ, ਗੱਗਾ ਪੈਰ ਬਿੰਦੀ, ਜੱਜਾ ਪੈਰ ਬਿੰਦੀ, ਫੱਫਾ ਪੈਰ ਬਿੰਦੀ ਤੇ ਲੱਲਾ ਪੈਰ ਬਿੰਦੀ। ਉਰਦੂ ਦੇ ਸ਼ਬਦਾਂ ਨੂੰ ਲਿਖਣ ਲਈ ਕਿਹੜੇ ਅੱਖਰਾਂ ਦੇ ਪੈਰ ਬਿੰਦੀ ਲੱਗਦੀ ਹੈ? ਇਹ ਬਿੰਦੀ ਵਾਲੇ ਅੱਖਰ, ਸੱਸਾ, ਖੱਖਾ, ਗੱਗਾ, ਜੱਜਾ, ਫੱਫਾ ਤੇ ਲੱਲਾ ਪੈਰ ਬਿੰਦੀ। ਸਾਰੇ ਅੱਖਰਾਂ ਦੇ ਪੈਰ ਬਿੰਦੀ ਲੱਗਦੀ ਹੈ। ਸਵਰ ਅੱਖਰ ਕਿਹੜੇ ਕਿਹੜੇ ਹਨ? ਊੜਾ, ਆੜਾ ਤੇ ਈੜੀ। ਜੋ ਬਿੰਦੀ ਵਾਲੇ ਅੱਖਰ ਨੇ ਇਹ ਫਾਰਸੀ ਤੇ ਉਰਦੂ ਭਾਸ਼ਾ ਵਿੱਚੋਂ ਲਏ ਗਏ ਨੇ। ਅਨੁਨਾਸਿਕ ਅੱਖਰ ਕਿਸ ਰਾਹੀਂ ਬੋਲੇ ਜਾਂਦੇ ਹਨ? ਨੱਕ ਰਾਹੀਂ। ਦੁੱਤ ਅੱਖਰ ਕਿਸ ਰੂਪ ਵਿੱਚ ਲੱਗਦੇ ਨੇ? ਅੱਧੇ ਰੂਪ ਵਿੱਚ ਲੱਗਦੇ ਨੇ। ਪੂਰੇ ਅੱਖਰ ਦੇ ਪੈਰ ਵਿੱਚ ਲੱਗਦੇ ਨੇ ਅੱਧੇ ਰੂਪ ਵਿੱਚ। ਲਗਾਂ ਕਿਹੜੇ ਅੱਖਰਾਂ ਤੋਂ ਉਤਪੰਨ ਹੋਈਆਂ ਹਨ? ਲਗਾਂ ਦੀ ਜੋ ਸ਼ੁਰੂਆਤ ਹੈ, ਉਤਪਤੀ ਹੈ, ਉਹ 3 ਸਵਰ ਅੱਖਰਾਂ ਤੋਂ ਹੋਈ ਹੈ, ਊੜਾ, ਆੜਾ ਤੇ ਈੜੀ। ਉਸ ਤੋਂ ਬਾਅਦ ਹੈ ਗੁਰਮੁਖੀ ਲਿਪੀ ਵਿੱਚ ਲਗਾਂ ਕਿਹੜੀਆਂ ਕਿਹੜੀਆਂ ਹਨ? ਗੁਰਮੁਖੀ ਲਿਪੀ ਦੇ ਵਿੱਚ 10 ਲਗਾਂ ਨੇ। ਮੁਕਤਾ, ਕੰਨਾ, ਸਿਹਾਰੀ, ਬਿਹਾਰੀ, ਔਂਕੜ, ਦੁਲੈਂਕੜ, ਲਾਂ, ਤੁਲਾਵਾਂ, ਹੋੜਾ ਤੇ ਕਨੌੜਾ। ਗੁਰਮੁਖੀ ਲਿਪੀ ਵਿੱਚ ਲਗਾਖਰ ਕਿਹੜੇ ਹਨ? 3 ਨੇ, ਬਿੰਦੀ, ਟਿੱਪੀ ਤੇ ਅੱਧਕ। ਉਸ ਤੋਂ ਬਾਅਦ ਹੈ ਲੌਂਗ ਕੁਐਸਚਨਸ। ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ ਸੰਖੇਪ ਵਿੱਚ ਲਿਖੋ 2 ਔਰ 3 ਲਾਈਨਸ ਦੇ ਵਿੱਚ। ਅੱਖਰ ਕਿੰਨਾਂ ਨੂੰ ਆਖਦੇ ਨੇ? ਕਿਸੇ ਕੁਐਸਚਨ ਦਾ ਆਨਸਰ ਅਸੀਂ 1, 2 ਔਰ 3 ਲਾਈਨਸ ਦੇ ਵਿੱਚ ਲਿਖ ਸਕਦੇ ਹਾਂ। ਅੱਖਰ ਕੀ ਹੁੰਦੇ ਨੇ? ਪੰਜਾਬੀ ਭਾਸ਼ਾ ਦੀਆਂ ਧੁਨੀਆਂ ਨੂੰ ਲਿਖਤੀ ਰੂਪ ਦੇਣ ਲਈ ਅਸੀਂ ਜੋ ਚਿੰਨ੍ਹ ਵਰਤਦੇ ਹਾਂ, ਉਹਨਾਂ ਚਿੰਨ੍ਹਾਂ ਨੂੰ ਅਸੀਂ ਅੱਖਰ ਕਹਿੰਦੇ ਹਾਂ। ਗੁਰਮੁਖੀ ਲਿਪੀ ਦੇ ਕਿੰਨੇ ਅੱਖਰ ਹਨ? ਲਿਖੋ। ਗੁਰਮੁਖੀ ਲਿਪੀ ਦੇ ਜੋ ਵਰਨਮਾਲਾ ਸਾਡੀ ਊੜਾ ਤੋਂ ਲੈ ਕੇ ਲੱਲਾ ਪੈਰ ਬਿੰਦੀ ਤੱਕ ਅਸੀਂ ਸਾਰੀ ਲਿਖਣੀ ਹੈ। ਸਵਰ ਅੱਖਰ ਕੀ ਹੁੰਦੇ ਨੇ? ਇਹ ਕਿੰਨੇ ਤੇ ਕਿਹੜੇ ਨੇ? ਸਵਰ ਅੱਖਰ ਕਿਹੜੇ ਹੁੰਦੇ ਨੇ ਕਿ ਜਿਹੜੇ ਅੱਖਰ ਕਿਸੇ ਹੋਰ ਸਵਰ ਦੀ ਸਹਾਇਤਾ ਬਿਨਾਂ ਹੀ ਬੋਲੇ ਜਾਣ, ਜਾਂ ਜਿਨ੍ਹਾਂ ਅੱਖਰਾਂ ਦੇ ਉਚਾਰਨ ਸਮੇਂ ਜਦੋਂ ਅਸੀਂ ਇਹਨਾਂ ਅੱਖਰਾਂ ਨੂੰ ਬੋਲਦੇ ਹਾਂ, ਉਚਾਰਦੇ ਹਾਂ, ਸਾਹ ਮੂੰਹ ਪੋਲ ਵਿੱਚੋਂ ਬਿਨਾਂ ਕਿਸੇ ਨਾਲ ਟਕਰਾਏ ਬਾਹਰ ਨਿਕਲਦਾ ਹੈ, ਅਸੀਂ ਉਸ ਨੂੰ ਸਵਰ ਅੱਖਰ ਬੋਲਦੇ ਹਾਂ। ਇਹ ਅਸੀਂ ਲਗਾਤਾਰ ਬੋਲਦੇ ਹਾਂ, ਊੜਾ, ਆੜਾ, ਈੜੀ। ਵਿਅੰਜਨ ਅੱਖਰ ਕੀ ਹੁੰਦੇ ਨੇ? ਇਹ ਕਿੰਨੇ ਅਤੇ ਕਿਹੜੇ ਹਨ? ਵਿਅੰਜਨ ਅੱਖਰ ਜਿਨ੍ਹਾਂ ਅੱਖਰਾਂ ਨੂੰ ਬੋਲਣ ਵੇਲੇ ਹਰ ਹੋਰ ਸਵਰ ਜਾਂ ਵਿਅੰਜਨ ਦੀ ਲੋੜ ਨਹੀਂ ਪੈਂਦੀ, ਜਦੋਂ ਅਸੀਂ ਇਹਨਾਂ ਦਾ ਉਚਾਰਨ ਕਰਦੇ ਹਾਂ, ਇਹ ਕਿਹੜੇ ਹੁੰਦੇ ਨੇ? ਸੱਸਾ ਤੋਂ ਰਾੜਾ ਤੱਕ ਵੀ ਬੋਲ ਦਿੰਦੇ ਹਾਂ, ਸੱਸਾ ਤੋਂ ਲੱਲਾ ਪੈਰ ਬਿੰਦੀ ਤੱਕ। ਜੋ ਸਾਡੇ 38 ਵਿਅੰਜਨ ਨੇ, ਉਹਨਾਂ ਨੂੰ ਉਚਾਰਨ ਸਮੇਂ, ਬੋਲਣ ਸਮੇਂ ਜ਼ੁਬਾਨ ਹੈ ਜਿਹੜੀ ਉਹ ਕਦੀ ਜ਼ੁਬਾਨ ਦੰਦਾਂ ਦੇ ਅੰਦਰਲੇ ਹਿੱਸੇ ਨੂੰ ਛੂੰਹਦੀ ਹੈ ਔਰ ਕਦੀ ਤਾਲੂ ਨਾਲ ਉਸ ਨੂੰ ਅਸੀਂ ਵਿਅੰਜਨ ਅੱਖਰ ਕਹਿੰਦੇ ਹਾਂ। ਇਹ 38 ਹੁੰਦੇ ਨੇ, ਸੱਸਾ ਤੋਂ ਰਾੜਾ ਤੱਕ ਜਾਂ ਸੱਸਾ ਤੋਂ ਲੱਲਾ ਪੈਰ ਬਿੰਦੀ ਤੱਕ। ਊੜਾ, ਆੜਾ, ਈੜੀ ਤੋਂ ਬਣਨ ਵਾਲੀ ਸਵਰ ਮੁਹਾਰਨੀ। ਸਵਰ ਮੁਹਾਰਨੀ ਕਿਹੜੀ ਹੈ? ਅ, ਆ, ਈ, ਊ, ਏ, ਐ, ਓ, ਔ। ਈੜੀ ਨਾਲ ਲੱਗਣ ਵਾਲੀਆਂ ਲਗਾਂ ਕਿੰਨੀਆਂ ਤੇ ਕਿਹੜੀਆਂ ਕਿਹੜੀਆਂ ਹਨ? ਇਹ 3 ਹੁੰਦੀਆਂ ਨੇ, ਸਿਹਾਰੀ, ਬਿਹਾਰੀ ਅਤੇ ਲਾਂ। ਟਿੱਪੀ ਦੀ ਵਰਤੋਂ ਕਿੰਨੀਆਂ ਤੇ ਕਿਹੜੀਆਂ ਕਿਹੜੀਆਂ ਲਗਾਂ ਨਾਲ ਹੁੰਦੀ ਹੈ? 4 ਲਗਾਂ ਨਾਲ ਹੁੰਦੀ ਹੈ, ਮੁਕਤਾ, ਸਿਹਾਰੀ, ਔਂਕੜ ਤੇ ਦੁਲੈਂਕੜ। ਅੱਧਕ ਦੀ ਵਰਤੋਂ ਕਿਉਂ ਤੇ ਕਿੰਨੀਆਂ ਲਗਾਂ ਨਾਲ ਹੁੰਦੀ ਹੈ? ਅੱਧਕ ਦੀ ਵਰਤੋਂ ਅੱਖਰ ਤੇ ਦਬਾਅ ਪਾਉਣ ਲਈ ਕੀਤੀ ਜਾਂਦੀ ਹੈ। ਅੱਧਕ ਦੀ ਵਰਤੋਂ 3 ਲਗਾਂ ਮਾਤਰਾਵਾਂ ਨਾਲ ਹੁੰਦੀ ਹੈ, ਮੁਕਤਾ, ਸਿਹਾਰੀ ਤੇ ਔਂਕੜ। ਅੱਧਕ ਦੀ ਵਰਤੋਂ ਅਸੀਂ ਕਦੋਂ ਕਰਦੇ ਹਾਂ ਕਿ ਹਿੰਦੀ ਭਾਸ਼ਾ ਦੇ ਵਿੱਚ ਅਸੀਂ ਅੱਧਕ ਦੀ ਵਰਤੋਂ ਹਿੰਦੀ ਭਾਸ਼ਾ ਦੇ ਵਿੱਚ ਅਸੀਂ ਅੱਖਰ ਨੂੰ ਅੱਧਾ ਲਿਖਦੇ ਹਾਂ, ਪਰ ਅਸੀਂ ਪੰਜਾਬੀ ਭਾਸ਼ਾ ਦੇ ਵਿੱਚ ਅੱਧਾ ਅੱਖਰ ਵਰਤਣ ਦੀ ਬਜਾਏ ਅਸੀਂ ਅੱਖਰ ਤੇ ਦਬਾਅ, ਜਿਹੜੇ ਅੱਖਰ ਤੇ ਦਬਾਅ ਪੈਂਦਾ ਉਸ ਤੋਂ ਅਗਲੇ ਅੱਖਰ ਦੇ ਉੱਤੇ ਅੱਧਕ ਦੀ ਵਰਤੋਂ ਕਰਦੇ ਹਾਂ। ਜਿਵੇਂ ਦੇਖੋ, ਹਿੰਦੀ ਵਿੱਚ ਸੱਚ, ਸ, ਆਧਾ ਚ ਔਰ ਪੂਰਾ ਚ ਲਿਖਦੇ ਹਾਂ, ਔਰ ਪੰਜਾਬੀ ਵਿੱਚ ਅਸੀਂ ਸੱਚ, ਪਿਛਲੇ ਅੱਖਰ ਤੋਂ ਮੂਰਲੇ ਅੱਖਰ ਤੇ ਅਸੀਂ ਦਬਾਅ ਪਾਉਣ ਦੇ ਲਈ ਅਸੀਂ ਅਗਲੇ ਅੱਖਰ ਸੱਸਾ ਦੇ ਉੱਤੇ ਅੱਧਕ ਦੀ ਵਰਤੋਂ ਕਰਦੇ ਹਾਂ। ਤਾਂ ਅੱਧਕ ਦੀ ਵਰਤੋਂ ਅੱਖਰ ਤੇ ਦਬਾਅ ਪਾਉਣ ਲਈ ਕੀਤੀ ਜਾਂਦੀ ਹੈ। ਅਰਥ-ਭੇਦ ਕਿਸ ਨੂੰ ਆਖਦੇ ਹਨ? ਬਿੰਦੀ, ਟਿੱਪੀ ਤੇ ਅੱਧਕ ਦੀ ਵਰਤੋਂ ਕਾਰਨ ਨਾ ਕਰਨ ਕਰਕੇ ਅਤੇ ਜਦੋਂ ਅਸੀਂ ਜ਼ਿਆਦਾ ਵਰਤੋਂ ਕਰਦੇ ਹਾਂ, ਬੇਲੋੜੀ ਵਰਤੋਂ ਕਾਰਨ ਸ਼ਬਦਾਂ ਦੇ ਅਰਥਾਂ ਵਿੱਚ ਅੰਤਰ ਆ ਜਾਂਦਾ ਹੈ, ਤਾਂ ਇਸ ਨੂੰ ਅਸੀਂ ਅਰਥ-ਭੇਦ ਕਹਿੰਦੇ ਹਾਂ। ਇਹ ਸੀ ਬੱਚੀ ਆਪਣਾ ਅੱਜ ਦਾ ਲੈਂਗੁਏਜ ਬੁੱਕ ਦਾ ਚੈਪਟਰ ਨੰਬਰ 3 ਬੁੱਕ ਵਰਕ ਐਂਡ ਕੁਐਸਚਨ ਆਨਸਰ। ਥੈਂਕ ਯੂ।